समय पहला एक भैन भरा दी जोड़ी सी, हैंसल ते ग्रेटल। जदों वो निक्के जवाक सी, उन्हां दी मां मर गई सी। वो अपने बापू जी नाल जंगल विच एक झोपड़े विच रहिंदे सी। उन्हां दे बापू जी पैसे कमाउण वास्ते लकड़ियां कटदे सी ते जवाकां दी देखभाल भी करदे सी। ਕੰਮ ਦੀ ਖੇਚਲ ਤੇ ਜਵਾਕਾਂ ਦੀ ਦੇਖਭਾਲ ਤੋਂ ਤੰਗ ਆ ਕੇ ਉਹਨਾਂ ਨੇ ਇੱਕ ਵਾਰੀ ਫੇਰ ਵਿਆਹ ਕਰਨ ਦਾ ਫੈਸਲਾ ਕੀਤਾ। ਉਹਨਾਂ ਦੀ ਨਵੀਂ ਵਹੁਟੀ ਬੜੇ ਅਮੀਰ ਘਰ ਦੀ ਸੀ। ਉਹਨਾਂ ਨੂੰ ਚੰਗਾ ਨਹੀਂ ਲੱਗਦਾ ਸੀ ਕਿ ਉਹ ਗਰੀਬ ਨੇ ਤੇ ਝੋਪੜੇ ਵਿੱਚ ਰਹਿੰਦੇ ਨੇ, ਤੇ ਉਹਨਾਂ ਨੂੰ ਆਪਣੇ ਮਤਰੇਏ ਜਵਾਕਾਂ ਤੋਂ ਵੀ ਨਫ਼ਰਤ ਸੀ। ਸਿਆਲਾਂ ਦੀ ਇੱਕ ਰਾਤ ਸੌਣ ਤੋਂ ਪਹਿਲਾਂ ਹੈਂਸਲ ਤੇ ਗ੍ਰੇਟਲ ਨੂੰ ਕੁਝ ਸੁਣਾਈ ਦਿੱਤਾ। ਉਹਨਾਂ ਦੀ ਨਵੀਂ ਮਾਂ ਉਹਨਾਂ ਦੇ ਬਾਪੂ ਨੂੰ ਕੁਝ ਬੋਲ ਰਹੀ ਸੀ। ਸਿਆਲਾਂ ਵਿੱਚ ਗੁਜ਼ਾਰਾ ਕਿਵੇਂ ਕਰਾਂਗੇ? ਖਾਣ ਦਾ ਸਮਾਨ ਘੱਟ ਪੈ ਜਾਊਗਾ। ਇਹਨਾਂ ਜਵਾਕਾਂ ਨੂੰ ਭਜਾਓ, ਵਰਨਾ ਅਸੀਂ ਸਾਰੇ ਮਰ ਜਾਵਾਂਗੇ। ਉਹਨਾਂ ਦੇ ਬਾਪੂ ਨੇ ਆਵਾਜ਼ ਚੁੱਕੀ, ਤੂੰ ਜਮਾਂ ਵੀ ਬਹਿਸ ਨਾ ਕਰ, ਕੱਲ ਇਹਨਾਂ ਨੂੰ ਕਿਤੇ ਦੂਰ ਲਿਜਾ ਕੇ ਛੱਡ ਦੇਵਾਂਗੇ। ਇਹ ਸੁਣ ਕੇ ਗ੍ਰੇਟਲ ਰੋਣ ਲੱਗ ਪਈ। ਹੈਂਸਲ ਨੇ ਉਹਨੂੰ ਚੁੱਪ ਕਰਾਇਆ। ਤੂੰ ਫਿਕਰ ਨਾ ਕਰ ਗ੍ਰੇਟਲ, ਅਸੀਂ ਘਰ ਦਾ ਰਸਤਾ ਲੱਭ ਲਾਂਗੇ। ਉਸ ਰਾਤ ਹੈਂਸਲ ਬਾਹਰ ਜਾ ਕੇ ਬਹੁਤ ਸਾਰੇ ਨਿੱਕੇ ਨਿੱਕੇ ਰੋੜੇ ਹਿੱਸੇ ਵਿੱਚ ਭਰ ਲਿਆਇਆ। ਅਗਲੀ ਸਵੇਰ ਉਹ ਸਾਰੇ ਘਰ ਤੋਂ ਦੂਰ ਜਾਣ ਲੱਗੇ। ਉਹਨਾਂ ਦੇ ਪਿਓ ਨੇ ਦੱਸਿਆ ਕਿ ਉਹ ਪਿਕਨਿਕ ਤੇ ਜਾ ਰਹੇ ਨੇ। ਤੁਰਦੇ ਤੁਰਦੇ ਹੋਲੀ ਜਿਹੇ ਹੈਂਸਲ ਰੋੜੇ ਡੇਗ ਡੇਗ ਕੇ ਨਿਸ਼ਾਨੀ ਬਣਾ ਰਿਹਾ ਸੀ। ਸ਼ਾਮ ਹੁੰਦੇ ਹੁੰਦੇ ਪਿਓ ਤੇ ਮਾਂ ਨਿਕਲ ਗਏ, ਇਹ ਕਹਿ ਕੇ ਕਿ ਉਹ ਹੁਣੇ ਆ ਜਾਣਗੇ, ਪਰ ਉਹ ਕਦੀ ਨਹੀਂ ਮੁੜੀਏ। ਰਾਤ ਪੈਂਦੇ ਹੀ ਜੰਗਲੀ ਜਾਨਵਰਾਂ ਦੀ ਆਵਾਜ਼ ਚਾਰ ਛਪੇਰੇ ਗੁੰਜਣ ਲੱਗ ਪਈ। ਇਹ ਸਭ ਸੁਣ ਕੇ ਹੈਂਸਲ ਤੇ ਗ੍ਰੇਟਲ ਉੱਥੇ ਅੱਗ ਕੋਲੀ ਬਹਿ ਗਏ, ਜਦੋਂ ਤੱਕ ਚੰਨ ਉੱਪਰ ਨਹੀਂ ਆਇਆ। ਹੁਣ ਉਹ ਆਪਣੇ ਸੁੱਟੇ ਹੋਏ ਰੋੜਿਆਂ ਨੂੰ ਭਾਲ ਭਾਲ ਕੇ ਘਰ ਵੱਲ ਤੁਰ ਪਏ। ਚੰਗਾ ਕੀਤਾ ਹੈਂਸਲ, ਤੂੰ ਕਿੰਨਾ ਸਿਆਣਾ ਹੈ। ਜਦੋਂ ਦੋਨੋਂ ਘਰ ਪਹੁੰਚੇ, ਬਾਪੂ ਜੀ ਹੈਰਾਨ ਰਹਿ ਗਏ, ਪਰ ਖੁਸ਼ ਵੀ ਹੋਏ, ਤੇ ਮਾਂ ਵੀ ਐਦਾਂ ਵਖਾ ਰਹੀ ਸੀ ਜਿਵੇਂ ਉਹ ਵੀ ਖੁਸ਼ ਹੋਵੇ। ਤਿੰਨ ਦਿਨ ਬਾਅਦ ਉਹਨਾਂ ਦੀ ਮਾਂ ਨੇ ਫੇਰ ਉਹਨਾਂ ਨੂੰ ਮਗਰੋਂ ਲਾਣ ਦੀ ਕੋਸ਼ਿਸ਼ ਕੀਤੀ। ਇਸ ਵਾਰੀ ਉਹਨਾਂ ਨੇ ਰਾਤ ਨੂੰ ਦੋਨਾਂ ਦੇ ਬੂਹੇ ਬੰਦ ਕਰ ਦਿੱਤੇ ਤਾਂ ਕਿ ਹੈਂਸਲ ਦੁਬਾਰਾ ਰੋੜੇ ਚੁੱਕਣ ਨਾ ਜਾ ਸਕੇ। ਪਰ ਹੈਂਸਲ ਸੀ ਸਿਆਣਾ। ਇਸ ਵਾਰੀ ਜਾਂਦੇ ਹੋਏ ਉਹਨੇ ਬ੍ਰੈਡ ਦੇ ਟੋਟੇ ਆਪਣੇ ਖਿੱਸੇ ਵਿੱਚ ਰੱਖ ਲਏ ਤੇ ਉਹਨਾਂ ਦੇ ਨਿਸ਼ਾਨ ਬਣਾਉਂਦਾ ਗਿਆ। ਦੁਪਹਿਰ ਨੂੰ ਬਹਾਨੇ ਨਾਲ ਮਾਂ ਪਿਓ ਨਿਕਲ ਗਏ, ਫੇਰ ਦੋਨਾਂ ਨੂੰ ਛੱਡ ਗਏ। ਉਹਨਾਂ ਦੇ ਆਉਣ ਦੀ ਆਸ ਜਦੋਂ ਮੁੱਕ ਗਈ, ਹੈਂਸਲ ਤੇ ਗ੍ਰੇਟਲ ਸੂਰਜ ਡੁੱਬਣ ਤੋਂ ਪਹਿਲਾਂ ਤੁਰ ਪਏ। ਪਰ ਇਸ ਵਾਰੀ ਉਹਨਾਂ ਨੂੰ ਬ੍ਰੈਡ ਦੇ ਨਿਸ਼ਾਨ ਨਹੀਂ ਮਿਲੇ, ਕਿਉਂਕਿ ਸਾਰੀ ਬ੍ਰੈਡ ਤਾਂ ਚਿੜੀਆਂ ਚੁੱਕ ਗਈਆਂ ਸੀ। ਗ੍ਰੇਟਲ ਰੋ ਰਹੀ ਸੀ ਤੇ ਹੈਂਸਲ ਵੀ ਲਾਚਾਰ ਸੀ। ਇਸ ਵਾਰੀ ਇਹ ਦੋਨੋਂ ਗੁੰਮ ਗਏ, ਨਾ ਖਾਣਾ ਨਾ ਪੀਣਾ ਤੇ ਜਾਨ ਨੂੰ ਮੁਸੀਬਤ ਵੱਖਰੀ। ਉਹ 3 ਦਿਨ ਏਦਾਂ ਹੀ ਘੁੰਮਦੇ ਰਹੇ। ਤੀਜੇ ਦਿਨ ਉਹਨਾਂ ਨੂੰ ਇੱਕ ਬਹੁਤ ਚਿੱਟੀ ਚਿੜੀ ਦਿਸੀ। ਉਹਨੇ ਇਹਨਾਂ ਨੂੰ ਗਾ ਕੇ ਸੁਣਾਇਆ। ਉਸ ਘੜੀ ਆਪਣੀ ਭੁੱਖ ਭੁੱਲ ਕੇ ਉਸ ਚਿੜੀ ਦੇ ਮਗਰ ਗਏ ਤੇ ਪਿੱਛਾ ਕਰਦੇ ਹੋਏ ਪਹੁੰਚੇ ਇੱਕ ਅਜੀਬ ਜਿਹੇ ਘਰ ਦੇ ਬਾਹਰ। ਇਸ ਘਰ ਦੀ ਕੰਧ
ਬ੍ਰੈਡ ਦੀ ਸੀ, ਛੱਤ ਕੇਕ ਦੀ ਤੇ ਬਾਰੀਆਂ ਬਣੀਆਂ ਸੀ ਟੋਫੀਆਂ ਦੀਆਂ, ਤੇ ਹਰ ਪਾਸੇ ਕਰੀਮ ਹੀ ਕਰੀਮ। ਹੈਂਸਲ ਤੇ ਗ੍ਰੇਟਲ ਖੁਸ਼ੀ ਦੇ ਮਾਰੇ ਕਮਲੇ ਹੋ ਗਏ। ਉਹ ਆਪਣੀ ਸਾਰੀ ਥਕਾਨ ਭੁੱਲ ਕੇ ਉਸ ਘਰ ਵੱਲ ਗਏ। ਜਿਵੇਂ ਇਹ ਕੁਝ ਖਾਣ ਲਈ ਗਏ, ਅੰਦਰੋਂ ਇੱਕ ਆਵਾਜ਼ ਆਈ, ਓਏ, ਕੌਣ ਕੱਟ ਰਿਹਾ ਹੈ ਮੇਰੇ ਘਰ ਨੂੰ? ਉਹਨਾਂ ਨੂੰ ਬੂਹੇ ਉੱਤੇ ਇੱਕ ਬਹੁਤ ਪਿਆਰੀ ਜਿਹੀ ਦਾਦੀ ਮਾਂ ਦਿਖੀ। ਉਹਨਾਂ ਨੇ ਉਹਨੂੰ ਜੋ ਵੀ ਵਾਪਰਿਆ ਸੀ ਦੱਸਿਆ, ਤਾਂ ਉਹਨੇ ਦੋਨਾਂ ਨੂੰ ਅੰਦਰ ਬੁਲਾ ਲਿਆ। ਘਰ ਦਾ ਬਾਹਰ ਤੇ ਅੰਦਰ ਬਿਲਕੁਲ ਵੱਖਰਾ ਸੀ। ਅੰਦਰ ਹਨੇਰਾ ਸੀ ਤੇ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ, ਪਰ ਭੁੱਖ ਦੇ ਸਤਾਏ ਉਹਨਾਂ ਦੋਨਾਂ ਨੇ ਜ਼ਿਆਦਾ ਸੋਚਿਆ ਨਹੀਂ। ਉਸ ਜਨਾਨੀ ਨੇ ਉਹਨਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਖਿਲਾਈਆਂ, ਐਦਾਂ ਦੀਆਂ ਵੀ ਜੋ ਪਹਿਲਾਂ ਕਦੀ ਨਹੀਂ ਖਾਧੀਆਂ ਸੀ, ਤੇ ਰਾਤ ਨੂੰ ਜਿਹਦੇ ਉੱਤੇ ਸੁੱਤੇ ਉਹ ਬਿਸਤਰਾ ਵੀ ਇੰਨਾ ਨਰਮ। ਸਵੇਰੇ ਉੱਠੇ ਤਾਂ ਦੇਖਿਆ ਉਹ ਜਨਾਨੀ ਕਿੱਥੇ ਵੀ ਨਹੀਂ ਸੀ। ਉਹਨੂੰ ਲੱਭਣ ਲੱਗੇ ਦੋਨੋਂ। ਉੱਥੇ ਹੀ ਉਹਨਾਂ ਨੂੰ ਇੱਕ ਨਿੱਕਾ ਜਿਹਾ ਬੂਹਾ ਦਿਸਿਆ। ਅੰਦਰੋਂ ਗਏ ਤਾਂ ਸੰਦੂਕ ਭਰ ਕੇ ਖਜ਼ਾਨਾ ਪਿਆ ਸੀ। ਦੋਨੋਂ ਹੈਰਾਨ ਹੋ ਗਏ। ਹੈਂਸਲ ਹੋਰ ਕੋਲੋਂ ਦੇਖਣਾ ਚਾਹੁੰਦਾ ਸੀ। ਤਾਈਓ ਉਹਦੀ ਆਵਾਜ਼ ਫੇਰ ਆਈ, ਕਿਉਂ ਜੀ, ਕੀ ਕਰ ਰਹੇ ਹੋ? ਦੋਨੋਂ ਮੁੜੇ ਤਾਂ ਉਹ ਚੁੜੈਲ ਜਮੇ ਹੀ ਸਾਹਮਣੇ ਖੜੀ ਸੀ। ਪਤਾ ਲੱਗਿਆ ਕਿ ਉਹ ਜਨਾਨੀ ਚੁੜੈਲ ਸੀ, ਜਿਹੜੀ ਇਹ ਜਵਾਕਾਂ ਨੂੰ ਆਪਣੇ ਤਹਿਖਾਨੇ ਵਿੱਚ ਲਿਜਾਣ ਲਈ ਲਲਚਾ ਰਹੀ ਸੀ। ਉਹਨਾਂ ਨੇ ਭੱਜਣਾ ਚਾਹਿਆ, ਪਰ ਬੂਹਾ ਬੰਦ ਸੀ। ਚੁੜੈਲ ਨੇ ਹੈਂਸਲ ਨੂੰ ਵਾਲਾਂ ਤੋਂ ਫੜਿਆ ਤੇ ਇੱਕ ਪਿੰਜਰੇ ਵਿੱਚ ਸੁੱਟ ਦਿੱਤਾ। ਚੁੜੈਲ ਗ੍ਰੇਟਲ ਨੂੰ ਰਸੋਈ ਵਿੱਚ ਲੈ ਕੇ ਗਈ। ਤੇਰਾ ਭਰਾ ਬਹੁਤ ਕਮਜ਼ੋਰ ਹੈ, ਉਹਨੂੰ ਮੋਟਾ ਕਰਨ ਵਾਸਤੇ ਖਾਣਾ ਬਣਾ। ਮੋਟਾ ਤਾਜ਼ਾ ਹੋਵੇਗਾ ਤਾਂ ਮੈਨੂੰ ਉਹਨੂੰ ਖਾਣ ਦਾ ਸਵਾਦ ਆਏਗਾ, ਪਰ ਤੂੰ ਕੁਛ ਨਾ ਖਾਈ, ਸਿਰਫ ਉਹੀ ਖਾਵੇਗਾ। ਗ੍ਰੇਟਲ ਨੂੰ ਉਹਦੀ ਗੱਲ ਮੰਨਣੀ ਪਈ। ਹੈਂਸਲ ਸੀਤਾ ਸਿਆਣਾ, ਉਹਨੇ ਜੁਗਤ ਲਗਾਈ ਚੁੜੈਲ ਨੂੰ ਉੱਲੂ ਬਣਾਉਣ ਵਾਸਤੇ। ਹਰ ਰਾਤ ਜਦੋਂ ਚੁੜੈਲ ਸੋ ਜਾਂਦੀ ਸੀ, ਉਹ ਪਿੰਜਰੇ ਦੇ ਥੱਲੇ ਇੱਕ ਟੋਇਆ ਪੁੱਟਦਾ ਸੀ। ਚੁੜੈਲ ਰੋਜ਼ ਸਵੇਰੇ ਦੇਖਦੀ ਸੀ ਕਿ ਹੈਂਸਲ ਮੋਟਾ ਹੋਇਆ ਕਿ ਨਹੀਂ। ਹੈਂਸਲ ਕੁਝ ਵੀ ਖਾਂਦਾ ਨਹੀਂ ਸੀ, ਸਗੋਂ ਸਾਰਾ ਖਾਣਾ ਟੋਏ ਵਿੱਚ ਸੁੱਟ ਰਿਹਾ ਸੀ। ਦੂਜੇ ਪਾਸੇ ਚੁੜੈਲ ਗ੍ਰੇਟਲ ਨੂੰ ਹੋਰ ਖਾਣਾ ਬਣਾਉਣ ਲਈ ਕਹਿ ਰਹੀ ਸੀ। ਕਈ ਦਿਨਾਂ ਤੱਕ ਏਦਾਂ ਹੀ ਚੱਲਦਾ ਰਿਹਾ। ਮੋਟਾ ਹੋਵੇ ਚਾਹੇ ਪਤਲਾ ਹੋਵੇ, ਅੱਜ ਤਾਂ ਮੈਂ ਹੈਂਸਲ ਪਾਈ ਬਣਾਉਂਗੀ ਹੀ, ਉਹਨੇ ਗ੍ਰੇਟਲ ਨੂੰ ਕਿਹਾ। ਓਵਨ ਵਿੱਚ ਦੇਖ, ਆਟਾ ਮਾੜਾ ਜਿਹਾ ਪੱਕਿਆ ਕਿ ਨਹੀਂ। ਉਹ ਡਰੀ ਹੋਈ ਤਾਂ ਸੀ, ਪਰ ਗ੍ਰੇਟਲ ਆਪਣੇ ਭਰਾ ਵਰਗੀ ਸਿਆਣੀ ਵੀ ਸੀ। ਉਹ ਸਮਝ ਗਈ ਕਿ ਚੁੜੈਲ ਉਹਨੂੰ ਓਵਨ ਵਿੱਚ ਧੱਕਾ ਦੇਣ ਦੀ ਸੋਚ ਰਹੀ ਸੀ। ਮੇਰਾ ਸਿਰ ਅੰਦਰ ਨਹੀਂ ਜਾ ਰਿਹਾ, ਆਟਾ ਦਿਖ ਨਹੀਂ ਰਿਹਾ, ਗ੍ਰੇਟਲ ਬੋਲੀ। ਚੁੜੈਲ ਨੇ ਆਪੇ ਆਪਣਾ ਸਿਰ ਅੰਦਰ ਕੀਤਾ। ਮੌਕੇ ਤੇ ਗ੍ਰੇਟਲ ਨੇ ਸਾਰਾ ਜ਼ੋਰ ਲਾ ਕੇ ਚੁੜੈਲ ਨੂੰ ਅੰਦਰ ਸੁੱਟ ਦਿੱਤਾ ਤੇ ਉਹਦਾ ਬੂਹਾ ਬੰਦ ਕਰ ਦਿੱਤਾ। ਗ੍ਰੇਟਲ ਨੂੰ ਪਤਾ ਸੀ ਚਾਬੀ ਕਿੱਥੇ ਰੱਖੀ ਹੈ। ਉਹ ਛੇਤੀ ਗਈ ਤੇ ਹੈਂਸਲ ਨੂੰ ਕੱਢਿਆ। ਓਵਨ ਵਿੱਚੋਂ ਅੱਗ ਨਿਕਲ ਕੇ ਸਾਰੇ ਘਰ ਵਿੱਚ ਭਰ ਗਈ ਸੀ। ਉਹ ਦੋਵੇਂ ਹੀ ਉੱਥੋਂ ਨਿਕਲ ਕੇ ਜੰਗਲ ਵੱਲ ਭੱਜੇ, ਪਰ ਕਿੱਥੇ ਜਾਈਏ ਇਹ ਉਹਨਾਂ ਨੂੰ ਵੀ ਨਹੀਂ ਪਤਾ ਸੀ। ਕੁਝ ਦੇਰ ਬਾਅਦ ਉਹਨਾਂ ਨੂੰ ਇੱਕ ਦਰਿਆ ਮਿਲਿਆ। ਇੱਕ ਬੜੀ ਜਿਹੀ ਬੱਤਖ ਨੇ ਉਹਨਾਂ ਨੂੰ ਉਹ ਦਰਿਆ ਪਾਰ ਕਰਾਇਆ। ਉਹਨਾਂ ਨੇ ਆਸੇ-ਪਾਸੇ ਦੇਖਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਉਹ ਕਿੱਥੇ ਨੇ। ਉਹ ਭੱਜੇ ਘਰ ਪਹੁੰਚੇ। ਜਵਾਕਾਂ ਨੂੰ ਦੇਖ ਪਿਓ ਬਹੁਤ ਖੁਸ਼ ਹੋਇਆ।
ਰੋਂਦੇ ਰੋਂਦੇ ਪਿਓ ਨੇ ਉਹਨਾਂ ਨੂੰ ਦੱਸਿਆ ਕਿ ਜੰਗਲ ਵਿੱਚ ਛੱਡ ਕੇ ਆਉਣ ਤੋਂ ਕੁਝ ਦਿਨਾਂ ਬਾਅਦ ਹੀ ਉਹਨਾਂ ਦੀ ਮਾਂ ਆਪਣੇ ਪੇਕੇ ਚਲੀ ਗਈ ਤੇ ਉਹਨੇ ਉਹਨਾਂ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਲੱਭੇ ਹੀ ਨਹੀਂ। ਦੋਨੋਂ ਜਵਾਕ ਆਪਣੇ ਪਿਓ ਨੂੰ ਇੰਨਾ ਪਿਆਰ ਕਰਦੇ ਸੀ ਕਿ ਉਹਨਾਂ ਨੇ ਸਭ ਕੁਝ ਭੁਲਾ ਦਿੱਤਾ। ਪਰ ਉਹ ਆਪਣੇ ਪਿਓ ਲਈ ਇੱਕ ਸਰਪ੍ਰਾਈਜ਼ ਲੈ ਕੇ ਆਏ ਸੀ। ਉਹਨਾਂ ਨੇ ਆਪਣੇ ਖਿੱਸੇ ਵਿੱਚੋਂ ਢੇਰ ਸਾਰੇ ਹੀਰੇ ਮੋਤੀ ਕੱਢੇ, ਜਿਹੜੇ ਉਹਨੂੰ ਚੁੜੇਲ ਦੇ ਘਰ ਵਿੱਚ ਮਿਲੇ ਸੀ। ਪਿਓ ਇਹ ਵੇਖ ਕੇ ਹੈਰਾਨ ਹੋ ਗਿਆ। ਉਹਨਾਂ ਦੇ ਪਰਿਵਾਰ ਨੂੰ ਫੇਰ ਕਦੀ ਕੋਈ ਤਕਲੀਫ ਨਹੀਂ ਹੋਈ ਤੇ ਉਹ ਖੁਸ਼ੀ-ਖੁਸ਼ੀ ਰਹਿਣ ਲੱਗੇ। ਬਹੁਤ ਪਹਿਲਾਂ ਦੀ ਗੱਲ ਹੈ। ਅਲੀ ਬਾਬਾ ਨਾਂ ਦਾ ਇੱਕ ਕਾਰਪੈਂਟਰ ਹੋਇਆ ਕਰਦਾ ਸੀ। ਉਹ ਆਪਣੀ ਵਹੁਟੀ ਨਾਲ ਗਰੀਬੀ ਵਿੱਚ ਜ਼ਿੰਦਗੀ ਗੁਜ਼ਾਰ ਰਿਹਾ ਸੀ। ਅਲੀ ਬਾਬਾ ਆਪਣੇ ਖੋਤੇ ਨੂੰ ਲੈ ਕੇ ਜੰਗਲ ਵਿੱਚ ਲੱਕੜੀਆਂ ਕੱਟਣ ਜਾਇਆ ਕਰਦਾ ਸੀ ਅਤੇ ਉਹਨਾਂ ਲੱਕੜੀਆਂ ਨੂੰ ਵੇਚ ਕੇ ਹੀ ਗੁਜ਼ਾਰਾ ਕਰਦਾ ਸੀ। ਇੱਕ ਦਿਨ ਉਹ ਲੱਕੜੀਆਂ ਕੱਟਣ ਜੰਗਲ ਵਿੱਚ ਗਿਆ। ਉਸੇ ਵੇਲੇ ਉਹਨੂੰ ਆਵਾਜ਼ ਸੁਣਾਈ ਦਿੱਤੀ, ਘੋੜਿਆਂ ਦੀ ਇੱਕ ਟੋਲੀ ਦੀ, ਅਤੇ ਉਹਨੂੰ ਘਬਰਾਹਟ ਹੋਣ ਲੱਗੀ। ਸ਼ਾਇਦ ਇਹ ਚੋਰ ਹੈ, ਮੈਂ ਲੁਕ ਜਾਣਾ। ਖੋਤੇ ਨੂੰ ਝਾੜੀਆਂ ਦੇ ਪਿੱਛੇ ਲੁਕਾ ਕੇ ਅਲੀ ਬਾਬਾ ਪੇੜ ਉੱਤੇ ਚੜ ਗਿਆ। ਉਹ ਟੋਲੀ ਸਿੱਧੇ ਉਸ ਪੇੜ ਦੇ ਥੱਲੇ ਆ ਕੇ ਹੀ ਰੁਕੀ। ਅਲੀ ਬਾਬਾ ਨੇ ਗਿਣਤੀ ਕੀਤੀ, ਉਹ ਪੂਰੇ 40 ਸੀ। ਉਹਨਾਂ ਲੋਕਾਂ ਨੇ ਕੁਝ ਭਾਰੀ ਸਮਾਨ ਆਪਣੇ ਘੋੜਿਆਂ ਤੋਂ ਲਾਇਆ। ਅਲੀ ਬਾਬਾ ਨੂੰ ਸਮਝ ਆ ਗਿਆ ਕਿ ਉਹ ਚੋਰ ਨੇ। ਉਹਨਾਂ ਦਾ ਸਰਦਾਰ ਇੱਕ ਵੱਡੀ ਚਟਾਨ ਕੋਲ ਗਿਆ ਅਤੇ ਜ਼ੋਰ ਨਾਲ ਚਿল্ਲਾਇਆ, ਖੁੱਲ ਜਾ ਸਿਮ ਸਿਮ। ਉਸੇ ਵੇਲੇ ਕੁਝ ਅਜੀਬ ਹੋਇਆ। ਉਹ ਵੱਡੀ ਚਟਾਨ ਹਟ ਗਈ, ਜਿਵੇਂ ਇੱਕ ਗੇਟ ਹੋਵੇ, ਅਤੇ ਸਾਹਮਣੇ ਸੀ ਇੱਕ ਗੁਫਾ। ਸਾਰੇ ਚੋਰ ਇੱਕ ਇੱਕ ਕਰਕੇ ਅੰਦਰ ਗਏ ਆਪਣੇ ਭਾਰੀ ਸਮਾਨ ਦੇ ਨਾਲ। ਆਖਰੀ ਚੋਰ ਦੇ ਜਾਂਦੇ ਹੀ ਉਹ ਚਟਾਨ ਫੇਰ ਆਪਣੀ ਥਾਂ ਉੱਤੇ ਆ ਗਈ। ਅਲੀ ਬਾਬਾ ਨੂੰ ਭਰੋਸਾ ਨਹੀਂ ਹੋਇਆ, ਪਰ ਥੋੜੀ ਦੇਰ ਬਾਅਦ ਉਹ ਚਟਾਨ ਫੇਰ ਹਿੱਲੀ ਤੇ ਚੋਰ ਬਾਹਰ ਆਏ। ਉਹਨਾਂ ਦਾ ਸਰਦਾਰ ਜ਼ੋਰ ਨਾਲ ਚਿল্ਲਾਇਆ, ਬੰਦ ਹੋ ਜਾ ਸਿਮ ਸਿਮ। ਉਸ ਚਟਾਨ ਨੇ ਫੇਰ ਤੋਂ ਰਸਤਾ ਬੰਦ ਕਰ ਦਿੱਤਾ ਅਤੇ ਉਹ ਟੋਲੀ ਘੋੜਿਆਂ ਤੇ ਸਵਾਰ ਹੋ ਕੇ ਚਲੀ ਗਈ। ਅਲੀ ਬਾਬਾ ਪੇੜ ਤੋਂ ਥੱਲੇ ਉਤਰਿਆ ਅਤੇ ਸਿੱਧਾ ਚਟਾਨ ਵੱਲ ਗਿਆ। ਉਹਨੇ ਉਹੀ ਸ਼ਬਦ ਕਹੇ, ਖੁੱਲ ਜਾ ਸਿਮ ਸਿਮ। ਉਹ ਚਟਾਨ ਗੜਗੜਾਹਟ ਦੀ ਆਵਾਜ਼ ਨਾਲ ਫੇਰ ਤੋਂ ਹਟ ਗਈ। ਅਲੀ ਬਾਬਾ ਅੰਦਰ ਗਿਆ। ਅੰਦਰ ਜੋ ਸੀ ਉਹ ਵੇਖ ਕੇ ਉਹਦਾ ਸਿਰ ਘੁੰਮ ਗਿਆ। ਸੋਨੇ ਦੇ ਸਿੱਕੇ, ਹੀਰੇ, ਖਜ਼ਾਨੇ ਇੱਧਰ ਉੱਧਰ ਹੀ ਬਿਖਰੇ ਹੋਏ ਪਏ ਸੀ। ਉਹਨੇ ਚੁਣ ਕੇ 3 ਬੋਰੀਆਂ ਸੰਭਾਲ ਲਿਆ ਅਤੇ ਨਿਕਲ ਗਿਆ। ਬਾਹਰ ਉਹਨੇ ਫੇਰ ਤੋਂ ਉਹ ਬੋਲਿਆ ਜੋ ਸਰਦਾਰ ਨੇ ਬੋਲਿਆ ਸੀ, ਬੰਦ ਹੋ ਜਾ ਸਿਮ ਸਿਮ। ਉਹਨੇ ਸਾਰਾ ਸਮਾਨ ਆਪਣੇ ਖੋਤੇ ਉੱਤੇ ਰੱਖਿਆ ਅਤੇ ਘਰ ਵੱਲ ਤੁਰ ਪਿਆ। ਘਰ ਪਹੁੰਚ ਕੇ ਉਹਨੇ ਉਹ ਸਮਾਨ ਆਪਣੀ ਵਹੁਟੀ ਨੂੰ ਵਿਖਾਇਆ। ਉਹਨੂੰ ਵੀ ਸਮਝ ਨਹੀਂ ਆਇਆ ਕਿ ਅਲੀ ਬਾਬਾ ਇਹ ਸਭ ਲਿਆਇਆ ਕਿੱਥੋਂ, ਇੰਨਾ ਸੋਨਾ ਕਿੱਥੋਂ ਮਿਲਿਆ। ਅਲੀ ਬਾਬਾ ਨੇ ਉਹਨੂੰ ਸਾਰੀ ਕਹਾਣੀ ਦੱਸੀ।
ਉਹ ਸੁਣ ਕੇ ਬੜੀ ਖੁਸ਼ ਹੋਈ ਅਤੇ ਸਮਾਨ ਕੱਢਣ ਲੱਗੀ। ਚਲੋ ਗਿਣਦੇ ਹਾਂ, ਸਾਡੇ ਕੋਲ ਕਿੰਨੇ ਸਿੱਕੇ ਨੇ। ਨਹੀਂ, ਇੱਕ ਟੋਆ ਪੱਟ ਕੇ ਉਹਦੇ ਅੰਦਰ ਲੁਕਾ ਦਿੰਨੇ ਹਾਂ। ਫੇਰ ਤੁਸੀਂ ਦੱਬਣ ਵਾਸਤੇ ਥਾਂ ਬਣਾਓ ਅਤੇ ਮੈਂ ਤੁਹਾਡੇ ਭਰਾ ਕਾਸਿਮ ਕੋਲੋਂ ਭਾਂਡਾ ਲੈ ਕੇ ਆਂਦੀ ਹਾਂ। ਅਲੀ ਬਾਬਾ ਦਾ ਭਰਾ ਬੜਾ ਅਮੀਰ ਸੀ, ਪਰ ਲਾਲਚੀ ਵੀ ਸੀ। ਉਹ ਕਦੀ ਅਲੀ ਬਾਬਾ ਦੀ ਮਦਦ ਨਹੀਂ ਕਰਦਾ ਸੀ। ਇਸ ਕਰਕੇ ਅਲੀ ਬਾਬਾ ਨੇ ਕਿਹਾ, ਸਿੱਕਿਆਂ ਦੇ ਬਾਰੇ ਕਿਸੇ ਨੂੰ ਕੁਝ ਨਹੀਂ ਕਹਿਣਾ, ਕਿਸੇ ਨੂੰ ਵੀ ਨਹੀਂ। ਉਹਦੀ ਵਹੁਟੀ ਕਾਸਿਮ ਤੋਂ ਨਾਪਣ ਵਾਸਤੇ ਭਾਂਡਾ ਮੰਗਣ ਪਹੁੰਚੀ। ਕਾਸਿਮ ਨੂੰ ਦਾਲ ਵਿੱਚ ਕੁਝ ਕਾਲਾ ਲੱਗਿਆ ਤੇ ਉਹਨੇ ਪੁੱਛਿਆ, ਤੈਨੂੰ ਕਿਉਂ ਚਾਹੀਦਾ ਹੈ? ਕੀ ਨਾਪੇਂਗੀ ਉਸ ਵਿੱਚ? ਅਲੀ ਬਾਬਾ ਦੀ ਵਹੁਟੀ ਨੇ ਕੁਝ ਝੂਠ-ਮੂਠ ਜਿਹਾ ਕਹਿ ਦਿੱਤਾ। ਕਾਸਿਮ ਨੂੰ ਉਹਦੇ ਉੱਤੇ ਭਰੋਸਾ ਨਹੀਂ ਹੋਇਆ। ਉਹਨੇ ਚੁੱਪਕੇ ਜਿਹੇ ਭਾਂਡੇ ਥੱਲੇ ਸ਼ਹਿਦ ਲਾ ਕੇ ਦੇ ਦਿੱਤਾ। ਉਸੇ ਭਾਂਡੇ ਵਿੱਚ ਸੋਨੇ ਦੇ ਸਿੱਕੇ ਨਾਪਣ ਲੱਗੇ ਦੋਨੋਂ, ਅਤੇ ਫੇਰ ਸਾਰੇ ਸਿੱਕੇ ਦੱਬ ਦਿੱਤੇ। ਉਸ ਤੋਂ ਬਾਅਦ ਅਲੀ ਬਾਬਾ ਦੀ ਵਹੁਟੀ ਕਾਸਿਮ ਨੂੰ ਭਾਂਡਾ ਮੋੜਨ ਗਈ, ਪਰ ਉਹਨੇ ਵੇਖਿਆ ਹੀ ਨਹੀਂ ਕਿ ਭਾਂਡੇ ਥੱਲੇ ਸੋਨੇ ਦਾ ਇੱਕ ਸਿੱਕਾ ਚਿਪਕ ਗਿਆ ਸੀ। ਇਹ ਬਹੁਤ ਵੱਡੀ ਗਲਤੀ ਕੀਤੀ ਸੀ ਉਹਨੇ। ਕਾਸਿਮ ਨੂੰ ਭਾਂਡਾ ਮਿਲਦੇ ਹੀ ਉਹਨੇ ਉਹਦੇ ਥੱਲੇ ਵੇਖਿਆ। ਸੋਨੇ ਦਾ ਸਿੱਕਾ ਵੇਖ ਕੇ ਉਹ ਹੱਕਾ ਬੱਕਾ ਰਹਿ ਗਿਆ। ਕਿੱਥੋਂ ਮਿਲਿਆ ਹੋਣਾ ਅਲੀ ਬਾਬਾ ਨੂੰ ਉਹ ਸੋਨਾ? ਕਾਸਿਮ ਦੀ ਨੀਂਦ ਉੜ ਗਈ। ਸਵੇਰ ਹੁੰਦੇ ਹੀ ਉਹ ਅਲੀ ਬਾਬਾ ਦੇ ਘਰ ਗਿਆ ਅਤੇ ਉਹਨੂੰ ਭਾਂਡੇ ਦੇ ਥੱਲੇ ਲੱਗਿਆ ਹੋਇਆ ਸਿੱਕਾ ਵਿਖਾਇਆ। ਅਲੀ ਬਾਬਾ, ਤੂੰ ਸੋਨਾ ਮੁੱਲ ਤਾਂ ਨਹੀਂ ਲੈ ਸਕਦਾ। ਕਿੱਥੋਂ ਆਇਆ ਇਹ ਸੋਨਾ? ਦੱਸ ਮੈਨੂੰ। ਅਲੀ ਬਾਬਾ ਨੇ ਕਾਸਿਮ ਨੂੰ ਸਾਰੀ ਕਹਾਣੀ ਦੱਸੀ ਤਾਂ ਕਿ ਉਹ ਕਿਸੇ ਹੋਰ ਨੂੰ ਨਾ ਦੱਸੇ। ਜੇ ਤੂੰ ਮੈਨੂੰ ਉਸ ਥਾਂ ਤੇ ਨਹੀਂ ਲੈ ਕੇ ਗਿਆ ਤਾਂ ਮੈਂ ਚੋਰਾਂ ਨੂੰ ਦੱਸ ਦਿਆਂਗਾ ਤੂੰ ਕੀ ਕੀਤਾ ਹੈ। ਪਰ ਕਾਸਿਮ, ਅਲੀ ਬਾਬਾ ਨੂੰ ਪਤਾ ਸੀ ਕਿ ਕਾਸਿਮ ਸੱਚੀ ਹੀ ਦੱਸ ਦੇਵੇਗਾ। ਉਹਨੂੰ ਕਾਸਿਮ ਨੂੰ ਉੱਥੇ ਲੈ ਕੇ ਜਾਣਾ ਹੀ ਪਿਆ। ਉਹ ਗੁਫਾ ਇਸੇ ਪਹਾੜੀ ਦੇ ਪਿੱਛੇ ਹੈ। ਚਲੋ ਇੱਥੋਂ ਛੇਤੀ ਚਲੀਏ, ਕਿਤੇ ਉਹ ਚੋਰ ਫੇਰ ਨਾ ਆ ਜਾਣ। ਦੋਨੋਂ ਵਾਪਸ ਘਰ ਮੁੜ ਆਏ, ਪਰ ਕਾਸਿਮ ਦਾ ਧਿਆਨ ਉੱਥੇ ਗੁਫਾ ਵਿੱਚ ਹੀ ਸੀ। ਉਹ ਹੱਥੋਂ ਹੱਥ 2 ਖੋਤੇ ਲੈ ਕੇ ਗੁਫਾ ਕੋਲ ਪਹੁੰਚਿਆ। ਉੱਥੇ ਪਹੁੰਚਦੇ ਹੀ ਉਹਨੇ ਉਹ ਸ਼ਬਦ ਦੁਹਰਾਏ ਜਿਹੜੇ ਅਲੀ ਬਾਬਾ ਨੇ ਦੱਸੇ ਸੀ। ਖੁੱਲ ਜਾ ਸਿਮ ਸਿਮ। ਉਹ ਚਟਾਨ ਹਟ ਗਈ ਅਤੇ ਰਸਤਾ ਖੁੱਲ ਗਿਆ। ਕਾਸਿਮ ਨੂੰ ਭਰੋਸਾ ਨਹੀਂ ਹੋਇਆ। ਅੰਦਰ ਦਾ ਨਜ਼ਾਰਾ ਵੇਖ ਕੇ ਉਹ ਹੱਕਾ ਵੱਕਾ ਰਹਿ ਗਿਆ। ਇੰਨਾ ਸੋਨਾ ਵੇਖ ਕੇ ਉਹਦਾ ਦਿਮਾਗ ਖਰਾਬ ਹੋ ਗਿਆ। ਉਹਨੇ ਛੇਤੀ ਸੋਨਾ ਭਰਿਆ ਆਪਣੇ ਝੋਲੇ ਵਿੱਚ। ਜਦੋਂ ਥਾਂ ਨਹੀਂ ਬਚੀ, ਉਹ ਬਾਹਰ ਨਿਕਲਣ ਲੱਗਿਆ, ਪਰ ਗੁਫਾ ਤਾਂ ਚਟਾਨ ਨਾਲ ਬੰਦ ਸੀ ਅਤੇ ਉਹਨੂੰ ਖੋਲ੍ਹਣ ਵਾਸਤੇ ਉਹਨੇ ਜੋ ਸ਼ਬਦ ਬੋਲਨੇ ਸੀ ਉਹ ਉਹਨੂੰ ਯਾਦ ਨਹੀਂ ਆ ਰਹੇ ਸੀ ਤੇ ਉਹ ਕੁਝ ਵੀ ਪੁੱਠਾ ਸਿੱਧਾ ਬੋਲਣ ਲੱਗ ਪਿਆ। ਖੁੱਲ ਜਾ ਟਿਮ ਟਿਮ, ਖੁੱਲ ਜਾ ਕੁਮ ਕੁਮ, ਖੁੱਲ ਜਾ ਜਿਮ ਜਿਮ। ਉਹ ਬਹੁਤ ਕੁਝ ਬੋਲਿਆ, ਪਰ ਚਟਾਨ ਟਸ ਤੋਂ ਮਸ ਨਹੀਂ ਹੋਈ। ਉਹ ਘਬਰਾਇਆ ਹੋਇਆ ਸੀ। ਉਹਨੂੰ ਕੋਈ ਰਸਤਾ ਨਹੀਂ ਮਿਲ ਰਿਹਾ ਸੀ। ਐਨੀ ਦੇਰ ਵਿੱਚ ਚੋਰ ਗੁਫਾ ਕੋਲ ਪਹੁੰਚ ਗਏ। ਉਹਨਾਂ ਨੂੰ ਕਾਸਿਮ ਦਾ ਖੋਤਾ ਵੇਖ ਕੇ ਸ਼ੱਕ ਹੋਇਆ ਅਤੇ ਉਹਨਾਂ ਨੇ ਆਪਣੀਆਂ ਤਲਵਾਰਾਂ ਕੱਢ ਲਈਆਂ। ਖੁੱਲ ਜਾ ਸਿਮ ਸਿਮ। ਰਸਤਾ ਖੁੱਲਦੇ ਹੀ ਚੋਰਾਂ ਨੇ ਕਾਸਿਮ ਨੂੰ ਫੜ ਲਿਆ ਅਤੇ ਉਹਨੂੰ ਸਜ਼ਾ ਦਿੱਤੀ। ਤਾਂ ਇਹ ਚੋਰ ਸਾਡੀ ਚੋਰੀ ਕਰ ਰਿਹਾ ਸੀ। ਦੇਰ ਰਾਤ ਹੋਣ ਤੋਂ ਬਾਅਦ ਵੀ ਜਦੋਂ ਕਾਸਿਮ ਘਰ ਨਹੀਂ ਮੁੜਿਆ ਤਾਂ ਉਹਦੀ ਵਹੁਟੀ ਨੂੰ ਫਿਕਰ ਹੋਣ ਲੱਗੀ। ਉਹਨੇ ਅਲੀ ਬਾਬਾ ਕੋਲੋਂ ਮਦਦ ਮੰਗੀ। ਅਲੀ ਬਾਬਾ ਨੂੰ ਵੀ ਕਾਸਿਮ ਦੀ ਫਿਕਰ ਸੀ। ਉਹ ਗੁਫਾ ਕੋਲ ਪਹੁੰਚਿਆ ਤਾਂ ਉਹਨੂੰ ਕਾਸਿਮ ਦੇ ਖੋਤੇ ਦਿਸੇ। ਤਾਂ ਉਹ ਸਮਝ ਗਿਆ ਕਿ ਕਾਸਿਮ ਨੂੰ ਚੋਰਾਂ ਨੇ ਮਾਰ ਦਿੱਤਾ ਹੋਵੇਗਾ। ਉਹਨੇ ਆਪਣੀ ਵਹੁਟੀ ਨੂੰ ਸਭ ਕੁਝ ਦੱਸਿਆ। ਉਹਨਾਂ ਨੇ ਫੈਸਲਾ ਕੀਤਾ ਕਿ ਉਹ ਇਹ ਗੱਲ ਕਿਸੇ ਨੂੰ ਨਹੀਂ ਦੱਸਣਗੇ। ਕੁਝ
ਕੁਝ ਦਿਨਾਂ ਬਾਅਦ ਅਲੀ ਬਾਬਾ ਅਤੇ ਉਹਦੀ ਬੋਟੀ ਕਾਸਿਮ ਦੇ ਘਰ ਵਿੱਚ ਰਹਿਣ ਲੱਗੇ। ਉਹਨਾਂ ਨੇ ਉਹਦਾ ਕੰਮਕਾਜ ਸੰਭ ਲਿਆ ਅਤੇ ਬੜੀ ਤਰੱਕੀ ਕੀਤੀ। ਉਹ ਬਹੁਤ ਅਮੀਰ ਹੋ ਗਏ। ਕੁਝ ਦਿਨਾਂ ਬਾਅਦ ਚੋਰਾਂ ਦੇ ਸਰਦਾਰ ਨੂੰ ਸਮਝ ਆਇਆ ਕਿ ਗੁਫਾ ਵਿੱਚੋਂ ਦਿਨ ਬ ਦਿਨ ਸੋਨਾ ਘੱਟ ਹੁੰਦਾ ਜਾ ਰਿਹਾ ਸੀ ਤੇ ਉਹਨੇ ਇੱਕ ਚੋਰ ਨੂੰ ਧਿਆਨ ਰੱਖਣ ਵਾਸਤੇ ਕਿਹਾ। ਸ਼ਹਿਰ 'ਚ ਜਾਓ ਤੇ ਵੇਖੋ ਕੀ ਕੋਈ ਏਦਾਂ ਦਾ ਹੈ ਜੋ ਨਵਾਂ ਅਮੀਰ ਬਣਿਆ ਹੋਵੇ ਤੇ ਬਹੁਤ ਜ਼ਿਆਦਾ ਖਰਚਾ ਕਰ ਰਿਹਾ ਹੋਵੇ। ਉਸ ਚੋਰ ਦੀ ਨਜ਼ਰ ਪਈ ਅਲੀ ਬਾਬਾ ਉੱਤੇ, ਜਿਹੜਾ ਸੋਨੇ ਦੇ ਸਿੱਕੇ ਲੈ ਕੇ ਬਾਜ਼ਾਰ ਵਿੱਚ ਘੁੰਮ ਰਿਹਾ ਸੀ। ਉਹਨੇ ਅਲੀ ਬਾਬਾ ਦਾ ਪਿੱਛਾ ਕੀਤਾ। ਅਲੀ ਬਾਬਾ ਦੇ ਘਰ ਦੇ ਅੰਦਰ ਜਾਂਦੇ ਹੀ ਚੋਰ ਨੇ ਅਲੀ ਬਾਬਾ ਦੇ ਬੂਹੇ ਉੱਤੇ ਨਿਸ਼ਾਨ ਬਣਾ ਦਿੱਤਾ। ਸ਼ਾਮ ਵੇਲੇ ਜਦੋਂ ਕਾਸਿਮ ਦੀ ਬੋਟੀ ਘੋੜਿਆਂ ਨੂੰ ਪਾਣੀ ਪਿਲਾਉਣ ਵਾਸਤੇ ਗਈ ਤਾਂ ਉਹਨੇ ਉਹ ਨਿਸ਼ਾਨ ਵੇਖਿਆ। ਉਹਨੂੰ ਸਮਝ ਆ ਗਿਆ ਕਿ ਕੋਈ ਮੁਸੀਬਤ ਆਉਣ ਵਾਲੀ ਹੈ ਤੇ ਉਹਨੇ ਰੰਗ ਲੈ ਕੇ ਆਲੇ ਦੁਆਲੇ ਸਾਰੇ ਬੂਹਿਆਂ ਉੱਤੇ ਉਹਦੇ ਵਰਗੇ ਹੀ ਨਿਸ਼ਾਨ ਬਣਾ ਦਿੱਤੇ। ਸਵੇਰ ਹੁੰਦੇ ਹੀ 40 ਚੋਰਾਂ ਦੀ ਟੋਲੀ ਅਲੀ ਬਾਬਾ ਦਾ ਘਰ ਲੱਭਣ ਆਈ ਤੇ ਉਹਨਾਂ ਨੂੰ ਹਰ ਬੂਹੇ ਉੱਤੇ ਉਹਦਾ ਦਾ ਹੀ ਨਿਸ਼ਾਨ ਦੱਸਿਆ ਅਤੇ ਉਹ ਹਾਰ ਕੇ ਵਾਪਸ ਮੁੜ ਗਏ। ਪਰ ਉਹਨਾਂ ਦਾ ਸਰਦਾਰ ਜਿੱਦੀ ਸੀ। ਉਹਨੇ ਭੇਸ ਬਦਲ ਕੇ ਉਹਨੂੰ ਲੱਭਣਾ ਸ਼ੁਰੂ ਕੀਤਾ ਅਤੇ ਚੁੱਪਚਾਪ ਉਹ ਪਹੁੰਚਿਆ ਅਲੀ ਬਾਬਾ ਦੇ ਘਰ। ਬੂਹਾ ਖੜਕਾਇਆ ਤਾਂ ਅਲੀ ਬਾਬਾ ਨੇ ਖੋਲ੍ਹਿਆ। ਮੈਂ ਬਹੁਤ ਦੂਰੋਂ ਆਇਆ ਹਾਂ। ਮੈਂ ਤੇਲ ਵੇਚਣ ਨਿਕਲਿਆ ਸੀ। ਸੁਣਿਆ ਤੁਸੀਂ ਇੱਥੋਂ ਦੇ ਸਭ ਤੋਂ ਅਮੀਰ ਇਨਸਾਨ ਹੋ। ਤੇਲ ਬਹੁਤ ਹੀ ਵਧੀਆ ਹੈ, ਖਰੀਦੋਗੇ? ਅਲੀ ਬਾਬਾ ਨੇ ਸਰਦਾਰ ਨੂੰ ਤੇਲ ਦਾ ਵਪਾਰੀ ਸਮਝ ਕੇ ਉਹਨੂੰ ਰਾਤ ਦੇ ਖਾਣ ਉੱਤੇ ਆਉਣ ਵਾਸਤੇ ਕਿਹਾ। ਤੇਲ ਦੀਆਂ 40 ਬਰਨੀਆਂ ਲੈ ਕੇ ਉਹ ਅਲੀ ਬਾਬਾ ਦੇ ਘਰ ਪਹੁੰਚਿਆ। ਅਲੀ ਬਾਬਾ ਨੇ ਉਹਦੀ ਬਹੁਤ ਖਾਤਰਦਾਰੀ ਕੀਤੀ। ਰਾਤ ਨੂੰ ਉੱਥੇ ਹੀ ਰੁਕਣ ਦੀ ਸਲਾਹ ਦੇਣ ਤੇ ਸਰਦਾਰ ਨੇ ਖੁਸ਼ੀ-ਖੁਸ਼ੀ ਹਾਂ ਕਰ ਦਿੱਤੀ। ਜਦੋਂ ਉਹ ਦੋਨੋਂ ਖਾਣਾ ਖਾ ਰਹੇ ਸੀ, ਕਾਸਿਮ ਦੀ ਬੋਟੀ ਤੇਲ ਦੀਆਂ ਬਰਨੀਆਂ ਵੇਖਣ ਗਈ। ਉਹਨੂੰ ਕੁਝ ਆਵਾਜ਼ ਸੁਣਾਈ ਦਿੱਤੀ। ਅਸੀਂ ਬਾਹਰ ਨਿਕਲੀਏ? ਨਹੀਂ, ਥੋੜੀ ਦੇਰ ਹੋਰ। ਤਾਂ ਉਹਨੂੰ ਇਹ ਸਮਝ ਆ ਗਿਆ ਬਰਨੀਆਂ ਵਿੱਚ ਤੇਲ ਨਹੀਂ ਹੈ ਬਲਕਿ ਚੋਰ ਲੁਕੇ ਨੇ ਅਤੇ ਉਹ ਇੱਥੇ ਕਿਉਂ ਆਏ ਨੇ। ਉਹ ਰਸੋਈ ਵਿੱਚ ਗਈ ਅਤੇ ਬਹੁਤ ਸਾਰਾ ਤੇਲ ਗਰਮ ਕੀਤਾ ਅਤੇ ਹਰ ਇੱਕ ਬਰਨੀ ਵਿੱਚ ਗਰਮ ਤੇਲ ਪਾ ਦਿੱਤਾ। ਅੰਦਰ ਬੈਠੇ ਚੋਰਾਂ ਦੀ ਹਾਲਤ ਖਰਾਬ ਹੋ ਗਈ ਅਤੇ ਉਹ ਕੁਝ ਕਰ ਵੀ ਨਹੀਂ ਸਕੇ। ਦੇਰ ਰਾਤ ਸਾਰਿਆਂ ਦੇ ਸੌਣ ਪਿੱਛੋਂ ਸਰਦਾਰ ਉਹਨਾਂ ਕੋਲ ਆਇਆ। ਹੁਣ ਬਾਹਰ ਆ ਜਾਓ। ਉਹਨੂੰ ਕੋਈ ਵੀ ਹਰਕਤ ਨਹੀਂ ਦਿਸੀ ਤਾਂ ਉਹ ਫੇਰ ਬੋਲਿਆ। ਸੌਂ ਗਏ ਕੀ? ਉਹਨੇ ਫੇਰ ਕਿਹਾ ਪਰ ਕੋਈ ਜਵਾਬ ਨਹੀਂ ਮਿਲਿਆ ਤੇ ਉਹਨੇ ਇੱਕ ਬਰਨੀ ਖੋਲ ਕੇ ਵੇਖੀ। ਉਹਨੇ ਜੋ ਵੇਖਿਆ ਉਹ ਵੇਖ ਕੇ ਉਹਦਾ ਦਿਲ ਬਹਿ ਗਿਆ। ਕਿਤੇ ਉਹ ਵੀ ਨਾ ਫੜਿਆ ਜਾਵੇ, ਇਹ ਸੋਚ ਕੇ ਉਹ ਡਰ ਗਿਆ ਅਤੇ ਉੱਥੋਂ ਭੱਜਿਆ ਤੇ ਫੇਰ ਕਦੇ ਮੁੜ ਕੇ ਵਾਪਸ ਨਹੀਂ ਆਇਆ। ਅਗਲੀ ਸਵੇਰ ਕਾਸਿਮ ਦੀ ਬੋਟੀ ਨੇ ਅਲੀ ਬਾਬਾ ਨੂੰ ਇਸ ਹਾਦਸੇ ਬਾਰੇ ਸਭ ਕੁਝ ਦੱਸਿਆ। ਹੁਣ ਉਹ ਬਿਨਾਂ ਚੋਰਾਂ ਦੀ ਫਿਕਰ ਕੀਤੇ ਪੂਰੇ ਪਰਿਵਾਰ ਨਾਲ ਹਸੀ ਖੁਸ਼ੀ ਜੀਵਨ ਬਿਤਾਉਣ ਲੱਗੇ।